ਜਥੇਦਾਰ ਦੇ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਸ਼ਾਮਲ ਹੋਣ ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਚੁੱਕੇ ਸਵਾਲ। ਕਿਹਾ ਜਥੇਦਾਰ ਨੇ ਸਿੱਖ ਮਰਿਆਦਾ ਦਾ ਨਹੀਂ ਰੱਖਿਆ ਖਿਆਲ। ਉਹਨਾਂ ਦੀ ਮੌਜੂਦਗੀ 'ਚ ਕੀਰਤਨ ਅੱਗੇ ਸੋਫਾ ਟਾਈਪ ਗੱਦੇ ਲਗਾ ਕੇ ਬੈਠੇ ਰਾਘਵ ਤੇ ਪ੍ਰਨੀਤੀ। ਜਥੇਦਾਰ ਦੇ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਸ਼ਾਮਲ ਹੋਣ ਤੇ ਮੱਚਿਆ ਸਿਆਸੀ ਘਮਸਾਨ। ਆਪ ਦਾ ਅਕਾਲੀ ਦਲ ਤੇ ਪਲਟਵਾਰ। ਕਿਹਾ ਅਕਾਲੀ ਦਲ ਤੈਅ ਨਹੀਂ ਕਰੇਗਾ ਕਿ ਜਥੇਦਾਰ ਕਿੱਥੇ ਜਾਣਗੇ ਤੇ ਕਿੱਥੇ ਨਹੀਂ। ਸਿੱਖ ਕੌਮ ਕਿਸੇ ਦੀ ਜਗੀਰ ਨਹੀਂ। ਦਿੱਲੀ 'ਚ ਅਰਵਿੰਦ ਕੇਜਰੀਵਾਲ ਨੂੰ ਮਿਲੇ ਸੁਸ਼ੀਲ ਰਿੰਕੂ। ਜਲੰਧਰ ਦੀ ਜਿੱਤ ਤੇ ਕੇਜਰੀਵਾਲ ਨੇ ਦਿੱਤੀ ਵਧਾਈ। ਸੀਐਮ ਭਗਵੰਤ ਮਾਨ ਵੀ ਨਾਲ ਰਹੇ ਮੌਜੂਦ। ਰਾਜਾ ਵੜਿੰਗ ਨੇ ਜਲੰਧਰ ਚੋਣਾਂ ਨੂੰ ਲੈ ਕੇ ਲਗਾਇਆ ਵੱਡਾ ਇਲਜ਼ਾਮ। ਬੋਲੇ ਸਾਡੇ ਵੋਟਰਾਂ ਨੂੰ ਧਮਕਾਇਆ ਗਿਆ, ਇਸੇ ਲਈ ਨਹੀਂ ਹੋਈ ਜ਼ਿਆਦਾ ਵੋਟਿੰਗ। ਜਲੰਧਰ ਜ਼ਿਮਨੀ ਚੋਣ ਦੇ ਵਿੱਚ ਕਰਾਰੀ ਸ਼ਿਕਸਤ ਮਿਲਣ ਤੋਂ ਬਾਅਦ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਕਵਿਤਾ। ਸ਼ਬਦਾਂ ਦੇ ਜ਼ਰੀਏ ਚੁੱਕੇ ਕਈ ਸਵਾਲ। ਲਿਖਿਆ ਕੁਝ ਤੋਂ ਕਮੀ ਰਹਿ ਗਈ ਹੋਗੀ। ਬਠਿੰਡਾ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਕੈਦੀ ਅਤੇ ਗੈਂਗਸਟਰ। 30 ਤੋਂ ਵੱਧ ਕੈਦੀ 3 ਦਿਨਾਂ ਤੋਂ ਨਹੀਂ ਖਾ ਰਹੇ ਖਾਣਾ। ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਸ਼ਾਮਲ ਗੈਂਗਸਟਰ ਵੀ ਸ਼ਾਮਿਲ। ਜੇਲ੍ਹ ਮੈਨੂਅਲ ਮੁਤਾਬਿਕ ਸਹੂਲਤਾਂ ਦੇਣ ਦੀ ਕਾਰੇ ਨੇ ਮੰਗ। ਲੁਧਿਆਣਾ ਦੇ ਗਿਆਸਪੁਰਾ ਦੇ ਵਿੱਚ ਜ਼ਹਿਰੀਲੇ ਧੂਏ ਦੇ ਕਾਰਨ ਮੱਚਿਆ ਹੜਕੰਪ। ਲੋਕਾਂ ਨੂੰ ਅੱਖਾਂ ਦੇ ਵਿੱਚ ਜਲਣ ਤੇ ਸਾਹ ਲੈਣ ਦੇ ਵਿੱਚ ਆਈ ਦਿੱਕਤ। ਘਰਾਂ ਤੋਂ ਦੂਰ ਜਾਣ ਦੇ ਲਈ ਮਜਬੂਰ ਹੋਏ ਲੋਕ। ਕਰਨਾਟਕ ਜਿੱਤ ਤੇ ਕਾਂਗਰਸ ਨੇ ਮਨਾਇਆ ਸ਼ਾਨਦਾਰ ਜਸ਼ਨ। ਪੰਜਾਬ ਕਾਂਗਰਸ ਦੇ ਲੀਡਰ ਢੋਲ ਦੇ ਡਗੇ ਤੇ ਥਿਰਕੇ। ਇੱਕ ਦੂਜੇ ਦਾ ਮੂੰਹ ਕਰਵਾਇਆ ਮਿੱਠਾ। ਆਈਪੀਐਸ ਪ੍ਰਵੀਨ ਸੂਦ ਹੋਣਗੇ ਸੀਬੀਆਈ ਦੇ ਨਵੇਂ ਡਾਇਰੈਕਟਰ। 25 ਮਈ ਨੂੰ ਸੰਭਣਗੇ ਅਹੁਦਾ। ਹਾਲੇ ਕਰਨਾਟਕ ਦੇ ਡੀਜੀਪੀ ਨੇ ਪ੍ਰਵੀਨ ਸੂਦ। ਗੁਰੂਗ੍ਰਾਮ ਦੇ ਵਿੱਚ ਵਾਈਨ ਸ਼ਾਪ ਦੇ ਵਿੱਚ ਲੱਗੀ ਭਿਆਨਕ ਅੱਗ। ਲੱਖਾਂ ਰੁਪਏ ਦਾ ਨੁਕਸਾਨ। ਫਾਇਰ ਬ੍ਰਿਗੇਡ ਦੀ ਟੀਮ ਨੇ ਪਾਇਆ ਅੱਗ ਤੇ ਕਾਬੂ। ਅੱਗ ਲੱਗਣ ਦੇ ਕਾਰਨ ਦਾ ਨਹੀਂ ਲੱਗਿਆ ਪਤਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਵਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜਲੰਧਰ ਜ਼ਿਮਨੀ ਚੋਣ ਦੇ ਆਏ ਨਤੀਜਿਆਂ ਤੋਂ ਬਾਅਦ ਜਿਹੜੀਆਂ ਸਰਗਰਮੀਆਂ ਨਜ਼ਰ ਆ ਰਹੀਆਂ ਨੇ। ਅਰਵਿੰਦ ਕੇਜਰੀਵਾਲ ਨੂੰ ਮਿਲੇ ਨੇ ਸੀਐਮ ਮਾਨ ਤੇ ਸੁਸ਼ੀਲ ਰਿੰਕੂ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੇ ਇਹ ਮੁਲਾਕਾਤ ਹੋਈ ਹੈ। ਜਲੰਧਰ ਜ਼ਿਮਨੀ ਚੋਣ ਦੇ ਵਿੱਚ ਜਿੱਤ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੈ। ਮਾਨ ਅਤੇ ਕੇਜਰੀਵਾਲ ਦੇ ਕੰਮਾਂ ਨੂੰ ਵੋਟ ਪਈ ਹੈ। ਸੁਸ਼ੀਲ ਰਿੰਕੂ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਨ ਅਤੇ ਕੇਜਰੀਵਾਲ ਦੇ ਕੰਮਾਂ ਨੂੰ ਇਹ ਵੋਟ ਪਈ ਹੈ। ਪੰਜਾਬ ਸਰਕਾਰ ਦੇ ਕੰਮਾਂ ਨੂੰ ਜਿੱਤ ਦਾ ਕ੍ਰੈਡਿਟ ਜਾਂਦਾ ਹੈ। 2024 ਦੀ ਰਣਨੀਤੀ ਨੂੰ ਲੈ ਕੇ ਚਰਚਾ ਹੋਈ ਹੈ। ਸੁਸ਼ੀਲ ਰਿੰਕੂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ। ਸੋ ਦਿੱਲੀ ਦੀਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ, ਜਿੱਥੇ ਕਿ ਜਿੱਤ ਦਰਜ ਕਰਨ ਤੋਂ ਬਾਅਦ ਸੁਸ਼ੀਲ ਰਿੰਕੂ ਦਿੱਲੀ ਪਹੁੰਚੇ। ਅਰਵਿੰਦ ਕੇਜਰੀਵਾਲ ਦੇ ਨਾਲ ਪਾਰਟੀ ਸੁਪਰੀਮੋ ਦੇ ਨਾਲ ਮੁਲਾਕਾਤ ਕੀਤੀ ਗਈ। ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿੱਤ ਦੀ ਵਧਾਈ ਦਿੱਤੀ ਗਈ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਤਸਵੀਰਾਂ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਏ, ਮੌਜੂਦ ਰਹੇ। ਕਿਉਂਕਿ ਕੱਲ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਵੱਡੀ ਜਿੱਤ ਦਰਜ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੋਈ। 58,000 ਤੋਂ ਵੀ ਵੱਧ ਵੋਟਾਂ ਦੇ ਫਰਕ ਦੇ ਨਾਲ ਸੁਸ਼ੀਲ ਰਿੰਕੂ ਦੇ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਨੂੰ ਹਰਾਇਆ ਗਿਆ। ਹਾਲਾਂਕਿ ਦਾਅਵੇ ਕਾਂਗਰਸ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਕੀਤੇ ਗਏ, ਫਿਗਰ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਵੱਡੇ ਦਾਅਵੇ ਕੀਤੇ ਗਏ, ਪਰ ਇਹਨਾਂ ਦਾਅਵਿਆਂ ਦੇ ਵਿਚਾਲੇ ਆਖਰਕਾਰ ਜਦੋਂ ਨਤੀਜਾ ਸਾਹਮਣੇ ਆਇਆ ਤਾਂ ਉਸ ਦੇ ਵਿੱਚ ਇਹ ਸੀਟ ਜਿਹੜੀ ਆਮ ਆਦਮੀ ਪਾਰਟੀ ਦੀ ਝੋਲੀ ਪਈ ਹੈ। ਕਿਉਂਕਿ 1999 ਤੋਂ ਲਗਾਤਾਰ ਜਲੰਧਰ ਲੋਕ ਸਭਾ ਸੀਟ ਤੇ ਕਾਂਗਰਸ ਦਾ ਦਬਦਬਾ ਸੀਗਾ। 1999 ਤੋਂ ਲਗਾਤਾਰ ਜਿੱਤਦੀ ਆ ਰਹੀ ਤੇ ਕਰੀਬ 24 ਸਾਲ ਬਾਅਦ ਆਖਰਕਾਰ ਕਾਂਗਰਸ ਨੂੰ ਇਸ ਸੀਟ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਇਆ ਹੈ। ਤੇ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਦਿਲਚਸਪ ਹੈ, ਇਹ ਵੀ ਖਾਸ ਹੈ ਕਿ ਇਸ ਜਿੱਤ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਲੋਕ ਸਭਾ ਦੇ ਵਿੱਚ ਐਂਟਰੀ ਹੋ ਗਈ ਹੈ। ਕਿਉਂਕਿ ਫਿਲਹਾਲ ਲੋਕ ਸਭਾ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਮੈਂਬਰ ਨਹੀਂ ਸੀ ਤੇ ਸੁਸ਼ੀਲ ਰਿੰਕੂ ਇਕਲੌਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਹੋਣਗੇ। ਕਿਉਂਕਿ ਇਸ ਤੋਂ ਪਹਿਲਾਂ ਇਕਲੌਤੇ ਮੈਂਬਰ ਸਨ ਭਗਵੰਤ ਮਾਨ, ਜਿਹੜੇ ਕਿ 2022 ਦੀ ਚੋਣ ਲੜਦੇ ਨੇ, ਧੂਰੀ ਤੋਂ ਜਿੱਤ ਦਰਜ ਕਰਦੇ ਨੇ, ਫਿਰ ਮੁੱਖ ਮੰਤਰੀ ਬਣਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੰਸਦ ਮੈਂਬਰ ਵਜੋਂ ਅਸਤੀਫਾ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਕੋਈ ਵੀ ਲੋਕ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦਾ ਨਹੀਂ ਸੀ ਬਚਿਆ। ਤੇ ਆਖਰਕਾਰ ਜਦੋਂ ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਆਏ, ਵੱਡੀ ਜਿੱਤ ਦਰਜ ਕੀਤੀ ਗਈ ਤੇ ਹੁਣ ਸੁਸ਼ੀਲ ਰਿੰਕੂ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਨਜ਼ਰ ਆਉਣਗੇ। ਕਿਉਂਕਿ 10 ਰਾਜ ਸਭਾ ਮੈਂਬਰ ਤਾਂ ਹੈਗੇ ਨੇ ਆਮ ਆਦਮੀ ਪਾਰਟੀ ਦੇ, ਪਰ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਹੋਣਗੇ। ਸੋ ਜਿੱਤ ਦਰਜ ਕਰਨ ਤੋਂ ਬਾਅਦ ਇਹ ਪਹਿਲੀ ਫੇਰੀ ਹੈ ਸੁਸ਼ੀਲ ਰਿੰਕੂ ਦੀ ਦਿੱਲੀ ਦੇ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਉਹਨਾਂ ਦੇ ਰਿਹਾਇਸ਼ ਤੇ ਪਹੁੰਚ ਕੇ ਮੁਲਾਕਾਤ ਕੀਤੀ ਗਈ। ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਦੌਰਾਨ
ਉਹਨਾਂ ਨੂੰ ਵਧਾਈ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਮੌਜੂਦ ਰਹੇ। ਕੱਲ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਦੇ ਵੱਲੋਂ ਦਿੱਲੀ ਦੇ ਵਿੱਚ ਨਤੀਜਿਆਂ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ 14 ਮਹੀਨੇ ਦਾ ਜਿਹੜਾ ਸਰਕਾਰ ਦਾ ਕਾਰਜਕਾਲ ਹੈ, ਜਿਹੜੇ ਵੱਡੇ ਕੰਮ ਕੀਤੇ ਗਏ ਉਹਨਾਂ ਕੰਮਾਂ ਨੂੰ ਲੈ ਕੇ, ਕਾਰਜਕਾਲ ਨੂੰ ਲੈ ਕੇ ਜਨਤਾ ਦੇ ਵੱਲੋਂ ਮੋਹਰ ਲਗਾਈ ਗਈ ਹੈ। ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੱਡਾ ਫਤਵਾ ਦਿੱਤਾ ਗਿਆ ਕਿਉਂਕਿ ਮੁੱਖ ਤੌਰ ਤੇ 4 ਪਾਰਟੀਆਂ ਜਿਹੜੀਆਂ ਨੇ ਚੋਣ ਮੈਦਾਨ ਦੇ ਵਿੱਚ ਸਨ। ਹਾਲਾਂਕਿ ਪਹਿਲਾਂ ਇਹ ਫਸਵੀਂ ਟੱਕਰ ਦੱਸੀ ਜਾ ਰਹੀ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ, ਪਰ ਜਦੋਂ ਹੀ ਨਤੀਜੇ ਆਉਣੇ ਸ਼ੁਰੂ ਹੋਏ, ਪਹਿਲੇ ਰਾਊਂਡ ਤੋਂ ਅਖੀਰਲੇ ਰਾਊਂਡ ਤੱਕ ਲਗਾਤਾਰ ਲੀਡ ਬਣਾ ਕੇ ਰੱਖੀ ਗਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਲੀਡ ਬਰਕਰਾਰ ਰੱਖੀ ਗਈ ਤੇ 58000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਜਿੱਤਣ ਦੇ ਵਿੱਚ ਕਾਮਯਾਬ ਹੋਏ। ਕੱਲ ਜਦੋਂ ਮੀਡੀਆ ਦੇ ਮੁਖਾਤਿਬ ਹੋਏ ਸੁਸ਼ੀਲ ਰਿੰਕੂ ਤੋਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਸਿਰਫ 11 ਮਹੀਨੇ ਦਾ ਵਿਜ਼ਨ ਲੈ ਕੇ ਨਹੀਂ ਚੱਲ ਰਹੇ, 11 ਮਹੀਨੇ ਤੋਂ ਬਾਅਦ ਅਗਲੇ 5 ਸਾਲ ਦਾ ਵਿਜ਼ਨ ਲੈ ਕੇ ਉਹ ਚੱਲ ਰਹੇ ਨੇ ਕਿ ਆਖਿਰਕਾਰ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਕਿਹੜੇ ਮੁੱਖ ਤੌਰ ਤੇ ਵੱਡੇ ਕੰਮ ਨੇ ਤੇ ਪਹਿਲ ਦੇ ਆਧਾਰ ਤੇ ਜਨਤਾ ਦੇ ਨਾਲ ਜੁੜੇ ਉਹਨਾਂ ਕੰਮਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਹ ਸਾਰੇ ਕੰਮ ਕਰਵਾਏ ਜਾਣਗੇ ਤਾਂ ਕਿ ਕੰਮ ਦੇ ਆਧਾਰ ਤੇ 11 ਮਹੀਨੇ ਬਾਅਦ ਵੀ ਉਹਨਾਂ ਦੇ ਵੱਲੋਂ ਵੋਟਾਂ ਮੰਗੀਆਂ ਜਾ ਸਕਣ। नवनिर्वाचित सांसद सुशील कुमार रिंकू हैं। सर, मैं आपसे जानना चाहूंगी कि अभी आपकी मुलाकात हुई, अरविंद केजरीवाल जी से आप मिले, काफ़ी लंबी आपकी मुलाकात चली, किन मुद्दों पर बातचीत हुई? एक तो सबसे पहले तो अरविंद केजरीवाल साहब ने बधाई दी है, भगवंत मान साहब ने बधाई दी है और अपने लोगों का धन्यवाद किया है। जलंधर के जितने भी लोग जिन्होंने हमें वोट डाला है उनका भी धन्यवाद किया है और जिन्होंने नहीं डाला उनका भी धन्यवाद किया है। सो बड़ा अच्छे माहौल में सारी बातचीत हुई है। सर, जिस तरीके से जलंधर की जनता ने आप लोगों को अपनाया है और जो पारंपरिक सीट कांग्रेस की कही जाती थी वो जिस तरीके से आप लोगों के खेमे में आई है और लोकसभा में एंट्री हुई है, इसको किस तरीके से देख रहे हैं? क्या मुख्य वजह लगती है कि लोगों ने आप लोगों को अपनाया? देखो, लोग परिवारवाद की जो राजनीति है उससे उकता चुके हैं क्योंकि ये कुछ परिवार ऐसे हैं जो काफ़ी पिछले 70 80 साल से राजनीति में हैं। तो लोग अब कुछ नया चाहते हैं। लोगों ने 2022 में विधानसभा चुनाव में 92 सीट्स हैं जो आम आदमी पार्टी को दी, उसमें बहुत सारे आम लोग हैं जो वो चुन के विधानसभा में गए हैं। और साथ ही साथ एक साल में जो भगवंत मान साहब की सरकार ने जो जन कार्य किए हैं उनके ऊपर लोगों ने मोहर लगाई है। सर, आगे क्या आपकी रणनीति रहने वाली है? किन मुद्दों पे आपको लगता है कि काम करना है? क्या फोकस रहे? देखो, हमने लोगों के साथ वायदे किए हैं। चुनाव में जाके सड़कें टूटी हैं, फ्लाईओवर्स बनने वाले हैं, एयरपोर्ट बंद पड़ा है, स्मार्ट सिटी के काम रुके हैं, गांव में सीवर की समस्या है, शहर में भी कई दिक्कतें हैं। जो हमने लोगों से वादे किए हैं वो हम उनको आज से ही जो हमारी प्लानिंग शुरू हो चुकी है, हम उनको आज से ही जो वो काम है 1 बाय 1 निपटाने शुरू कर देंगे। सर, 2024 की बात की जाए, क्या रणनीति तैयार की जाएगी? किस तरीके की बातचीत हुई है? क्योंकि 1 घंटे का समय था, किन मुद्दों पे आप लोगों ने बात की? देखो, आम आदमी पार्टी ने विकास के नाम के ऊपर वोट मांगे हैं और हम इन 8-10 महीनों में जलंधर के लिए इतना काम करेंगे कि वो मॉडल लेके हम दूसरी जो लोकसभा है उन कॉन्स्टिट्यूएंसीज में जाएंगे। थैंक यू। बिल्कुल, देखिए, आप सुशील कुमार रिंकू को सुन रहे थे जो साफ तौर पे कह रहे हैं कि हम जलंधर के लिए इतना काम करेंगे कि जिस तरीके से हमारी एंट्री हुई है उसको और वाइड करेंगे और सीटें जो हैं वो लोकसभा में आएंगी। कैमरामैन मनमोहन के साथ फराह खान, न्यूज़ 18 दिल्ली। ਉੱਥੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਇਆ ਗਿਆ। ਰਾਜਾ ਵੜਿੰਗ ਨੇ ਵੋਟਰਾਂ ਨੂੰ ਧਮਕਾਉਣ ਦਾ ਇਲਜ਼ਾਮ ਲਗਾਇਆ। ਉਹਨਾਂ ਨੇ ਕਹਿਣਾ ਹੈ ਕਿ ਸਾਡੇ ਵੋਟਰਾਂ ਨੂੰ ਧਮਕਾਇਆ ਗਿਆ ਹੈ, ਵੋਟਰਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਤੇ ਸਾਡੇ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਤੱਕ ਆਉਣ ਨਹੀਂ ਦਿੱਤਾ ਗਿਆ। ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਇਹ ਗੰਭੀਰ ਇਲਜ਼ਾਮ ਸਿੱਧੇ ਤੌਰ ਤੇ ਲਗਾਏ ਗਏ ਨੇ ਕਿਉਂਕਿ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਜਿਹੜੇ ਕਿ ਦੂਜੇ ਨੰਬਰ ਤੇ ਰਹੇ ਕਿਉਂਕਿ ਜੇਕਰ ਜਲੰਧਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ 9 ਦੇ ਵਿੱਚੋਂ 7 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੂ ਰਹੀ, 2 ਹਲਕਿਆਂ ਦੇ ਵਿੱਚੋਂ ਬੀਜੇਪੀ
ਤਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਕਿਸੇ ਵੀ ਜਗ੍ਹਾ ਤੇ ਲੀਡ ਨਹੀਂ ਲੈ ਸਕੀ ਕਾਂਗਰਸ ਪਾਰਟੀ। ਕਾਫੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਕਾਫੀ ਆਸਵੰਦ ਵੀ ਨਜ਼ਰ ਆ ਰਹੀ ਸੀ, ਕਿਉਂਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਗਿਆ ਸੀਗਾ ਕਿ 1.5 ਲੱਖ ਦੇ ਮਾਰਜਨ ਦੇ ਨਾਲ 1.5 ਲੱਖ ਵੋਟਾਂ ਦੇ ਫਰਕ ਦੇ ਨਾਲ ਕਾਂਗਰਸ ਜਿੱਤ ਦਰਜ ਕਰੇਗੀ। ਸਿਰਫ ਇੰਨਾ ਹੀ ਨਹੀਂ, ਇਹ ਵੀ ਦਾਅਵਾ ਕਰ ਦਿੱਤਾ ਸੀਗਾ ਕਿ ਕਾਂਗਰਸ ਜਿੱਤੇਗੀ 1.5 ਲੱਖ ਵੋਟਾਂ ਦੇ ਫਰਕ ਦੇ ਨਾਲ। ਦੂਜੇ ਨੰਬਰ ਤੇ ਅਕਾਲੀ ਦਲ ਬੀਐਸਪੀ ਦਾ ਗੱਠਜੋੜ ਰਹੇਗਾ ਤੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਰਹੇਗੀ, ਜੋ ਕਿ ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ ਸੀਗਾ। ਪਰ ਜਿਹੜੇ ਨਤੀਜੇ ਜ਼ਿਮਨੀ ਚੋਣ ਦੇ ਆਏ ਉਹਨਾਂ ਦਾਅਵਿਆਂ ਤੋਂ ਉਲਟ ਆਏ ਤੇ ਨਤੀਜੇ ਆਉਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੀਡੀਆ ਦੇ ਜਦੋਂ ਮੁਖਾਤਿਬ ਹੋਏ ਤਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਵੋਟਰਾਂ ਨੂੰ ਧਮਕਾਉਣ ਦੇ ਇਲਜ਼ਾਮ ਲਗਾਏ ਨੇ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਸਾਡੇ ਵੋਟਰਾਂ ਨੂੰ ਧਮਕਾਇਆ ਗਿਆ, ਪੁਲਿਸ ਵੱਲੋਂ ਰੋਕਿਆ ਗਿਆ, ਪੋਲਿੰਗ ਸਟੇਸ਼ਨ ਤੱਕ ਆਉਣ ਨਹੀਂ ਦਿੱਤਾ ਗਿਆ ਤੇ ਉਹਦੇ ਪਿੱਛੇ ਵਜ੍ਹਾ ਇਹ ਦੱਸ ਰਹੇ ਕਿ ਇਸੇ ਕਰਕੇ ਜਿਹੜੀ ਆ ਵੋਟ ਪਰਸੈਂਟੇਜ ਜਿਹੜੀ ਆ ਉਹ ਘਟੀ ਹੈ, ਕਿਉਂਕਿ 54% ਦੇ ਕਰੀਬ ਜਿਹੜੀ VOTING ਹੋਈ ਹੈ ਤੇ ਇਸ ਦੇ ਪਿੱਛੇ ਤਰਕ ਜਿਹੜਾ ਰਾਜਾ ਵੜਿੰਗ ਦੇ ਵੱਲੋਂ ਇਹੀ ਦਿੱਤਾ ਜਾ ਰਿਹਾ ਹੈ ਤੇ ਇਸੇ ਤਰਕ ਦੇ ਆਧਾਰ ਤੇ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਿੱਥੇ ਸਾਰਾ ਅਮਲਾ ਫਮਲਾ ਮੰਤਰੀ ਸਾਹਿਬਾਨ, ਪੁਲਿਸ, BDPOs, SHOs, ਐਕਸੀਅਨਸ, ਬਿਜਲੀ ਬੋਰਡ ਦੇ, ਇਰੀਗੇਸ਼ਨ ਦੇ, ਕਾਰਪੋਰੇਸ਼ਨ ਦੇ ਕਮਿਸ਼ਨਰ ਸਭ ਬੈਠੇ ਸਨ, ਜਿਨ੍ਹਾਂ ਨੇ ਸਾਰਿਆਂ ਨੇ ਸਰਕਾਰ ਦੀ ਮਦਦ ਕੀਤੀ, ਤਾਂ 15,000 ਵੋਟ ਪਿਛਲੀ ਵਾਰੀ ਨਾਲੋਂ ਆਮ ਆਦਮੀ ਪਾਰਟੀ ਨੂੰ ਜਲੰਧਰ ਵਿਧਾਨ ਇਸ ਲੋਕ ਸਭਾ 'ਚ ਘੱਟ ਪਈ ਹੈ। ਕੋਈ ਇਹ ਬਹੁਤ ਵੱਡਾ ਆਮ ਆਦਮੀ ਪਾਰਟੀ ਨੇ ਤੀਰ ਨਹੀਂ ਮਾਰਿਆ ਕਿ ਇਹ ਚੁਣਾਵ ਜਿੱਤ ਗਏ। ਲੋਕਾਂ ਨੂੰ ਲੱਗਦਾ ਕਿ 4 ਸਾਲ ਪਏ ਅਸੀਂ ਕੋਈ ਕੰਮ ਲਵਾਂਗੇ, ਔਰ ਕਿਹਾ ਵੀ ਇਸ ਤਰ੍ਹਾਂ ਗਿਆ। केजरीवाल साहब ने मंच तो चढ़ के गल कही कि सरकार हमारी है, 4 साल पड़े हैं, काम किसके पास जाओगे, काम तो हमारे पास ही आना पड़ेगा। इस करके जिहड़ा पढ़िया लिखा इंडस्ट्रीलिस्ट या इधर उधर का वोटर है, वो किते ना किते इधर उधर होया। सो मैं समझदा कि सरकार की कोई बहुत ही वड्डी प्राप्ति नहीं है। सरकार ने अगर कोई वादियां दे लोगों ने वोटां पाउणियां हुंदियां तां लोकां दा टर्नआउट ज़्यादा हुंदा ते उन्हां दी जिहड़ी वोटां पईयां उन्हां नूं घट नहीं पैणीਆਂ ਸੀ। ਉੱਥੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਹਾਰ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਇੱਕ ਕਵਿਤਾ ਸ਼ੇਅਰ ਕੀਤੀ ਗਈ। ਰਾਜਾ ਵੜਿੰਗ ਨੇ ਕਵਿਤਾ ਦੇ ਜ਼ਰੀਏ ਕਈ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਕੁਝ ਤਾਂ ਕਮੀ ਰਹਿ ਗਈ ਹੋਵੇਗੀ, शायद उसने इशारों ही इशारों में मुझे समझाया होगा। राजा वड़िंग ਦੇ ਵੱਲੋਂ एक कविता के जरिए काफ़ी कुछ बयान करने की कोशिश की। हालांकि ये सवाल है कि आखिरकार इस कविता के जरिए राजा वड़िंग का निशाना किस ते है। कविता के विच राजा वड़िंग ਦੇ ਵੱਲੋਂ जिक्र किया गया, लिखा गया है कि शायद मुझे ही समझ ना आया होगा, होगा वो अपना ही जो लगा मुझे पराया होगा। बातें जो उसने कही शायद मैंने उनको समझा नहीं, शायद उसने इशारों ही इशारों में मुझे कुछ समझाया होगा। कभी चुप रहकर तो कभी बोल कुछ कड़वे बोल, अपनापन उसने जताया होगा, शायद उसका यह अंदाज मुझे समझ ना आया होगा, कुछ तो कमी रह गई होगी। सो इस कविता के मायने बहुत सारे कढ़े जा सकते हैं। हालांकि सवाल है कि आखिरकार इस कविता के जरिए राजा वड़िंग के ਵੱਲੋਂ निशाना किस ते साधा गया, क्योंकि कल जेकर नवजोत सिंह सिद्धू का भी जिक्र किया जाए तो उन्होंने एक लाइन के विच ट्वीट किया सीगा, पूरी चोण नूं पुलिस एक्शन तक दस दिता सीगा। हालांकि नवजोत सिंह सिद्धू ट्वीट ਨੂੰ ਲੈ ਕੇ ਵੀ ਸਵਾਲ ਸੀਗੇ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਦਾ ਨਿਸ਼ਾਨਾ ਕਿਸ ਤੇ ਹੈ। ਕਿ ਹੁਣ ਰਾਜਾ ਵੜਿੰਗ ਦੀ ਵੱਲੋਂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਚ ਇੱਕ ਕਵਿਤਾ ਜਿਹੜੀ ਕਿ ਟਵੀਟ ਕੀਤੀ ਗਈ ਹੈ, ਸ਼ੇਅਰ ਕੀਤੀ ਗਈ ਹੈ। ਇਸ ਕਵਿਤਾ ਦੇ ਮਾਇਨੇ ਬਹੁਤ ਸਾਰੇ ਕੱਢੇ ਜਾ ਸਕਦੇ ਕਿ ਨਤੀਜਾ ਤੋਂ ਬਾਅਦ ਜਿੱਥੇ ਕਿ ਰਾਜਾ ਵੜਿੰਗ ਵੋਟਰਾਂ ਨੂੰ ਧਮਕਾਉਣ ਦੇ ਇਲਜ਼ਾਮ ਲਗਾ ਰਹੇ ਨੇ, ਦੂਜੇ ਪਾਸੇ ਕਵਿਤਾ ਸ਼ੇਅਰ ਕੀਤੀ ਜਾ ਰਹੀ ਹੈ। ਤੇ ਹੁਣ ਸਵਾਲ ਹੈ ਕਿ ਇਸ ਕਵਿਤਾ ਦੇ ਜ਼ਰੀਏ ਆਖਰਕਾਰ ਰਾਜਾ ਵੜਿੰਗ ਕਹਿਣਾ ਕੀ ਚਾਹੁੰਦੇ ਨੇ ਨਿਸ਼ਾਨੇ ਤੇ ਕੌਣ ਹੈ। ਕਿਉਂਕਿ ਸਿਆਸਤ ਜਿਹੜੀ ਹੁੰਦੀ ਹੈ, ਸਿਆਸੀ ਜਿਹੜੇ ਬੋਲ ਹੁੰਦੇ ਨੇ, ਸਿਆਸੀ ਬਿਆਨ ਹੁੰਦੇ ਨੇ, ਉਹ ਇੰਨੇ ਸਿੱਧੇ ਨਹੀਂ ਹੁੰਦੇ। ਕਾਫੀ ਕਈ ਗੱਲਾਂ ਜਿਹੜੀਆਂ ਸਿਆਸਤਦਾਨ ਨੂੰ ਗੁੱਝੀਆਂ ਵੀ ਕਹਿ ਜਾਂਦੇ ਨੇ, ਉਸ ਤੇ ਫਿਰ ਆਪਣੇ ਆਪ ਦੇ ਵਿੱਚ ਮਾਇਨੇ ਕੱਢਣੇ ਪੈਂਦੇ ਨੇ। ਇਹ ਸ਼ੇਰ ਔਰ ਸ਼ਾਇਰੀ ਦੇ ਭਾਵ ਹੈ ਜਿਹੜੇ ਉਹ ਸਮਝਣ ਵਾਲੇ ਸਮਝ ਜਾਂਦੇ ਆ। ਮੈਨੂੰ ਲੱਗਦਾ ਉਹ ਮੀਡੀਆ ਦੇ ਰਾਹੀਂ ਜ਼ਰੂਰੀ ਨਹੀਂ ਕਿ ਉਹਨਾਂ ਦੀ ਪੂਰੀ ਉਹਨੂੰ ਡਿਕਟੇਟ ਕੀਤਾ ਜਾਵੇ, ਫਿਰ ਉਹ ਲੰਮਾ ਸਮਾਂ ਲੱਗੇਗਾ।